ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਹਫ਼ਤਿਆਂ ਤੋਂ ਵੀਰ ਹਰਜੀਤ ਸਿੰਘ ਜੀ ਮਨੁੱਖੀ ਯਾਤਰਾ ਤੇ ਮਨੁੱਖ ਦੀ ਮੰਜ਼ਿਲ ਵਿਸ਼ੇ ਦੇ ਉੱਤੇ ਲੜੀਵਾਰ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ। ਉਸੇ ਲੜੀ ਵਿੱਚ ਅਗਲਾ ਹਿੱਸਾ ਜੋ ਹੈ ਅੱਜ ਉਹ ਬਾਣੀ ਦੇ ਆਧਾਰ ਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਵੀਰ ਜੀ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਪਿਛਲੇ ਲਗਭਗ 7 ਹਫ਼ਤਿਆਂ ਤੋਂ ਇੱਕ ਵਿਸ਼ਾ ਅਸੀਂ ਸ਼ੁਰੂ ਕੀਤਾ ਹੈ, ਮਨੁੱਖ ਦੀ ਯਾਤਰਾ, ਉਹਦਾ ਪਰਪਸ, ਮਨੋਰਥ ਤੇ ਉਹਦੀ ਮੰਜ਼ਿਲ। ਇਸ ਵਿੱਚੋਂ ਇਸੇ ਲੜੀ ਵਿੱਚ ਅਸੀਂ ਬਹੁਤ ਕੁਝ ਪਿੱਛੇ ਵਿਚਾਰ ਕਰ ਚੁੱਕੇ ਹਾਂ। ਇਨਸਾਨ ਪ੍ਰਭੂ ਦੇ ਵਿੱਚੋਂ ਵਿਛੜ ਕੇ ਦੁਨੀਆ ਵਿੱਚ ਭਟਕਦਾ ਹੈ। ਇਸ ਜੀਵਨ ਦੇ ਮਨੋਰਥ ਨੂੰ ਨਾ ਸਮਝਦਿਆਂ ਹੋਇਆ ਜਦੋਂ ਮਨੁੱਖ ਇਸ ਜੀਵਨ ਨੂੰ ਅਜਾਈਂ ਗਵਾ ਦਿੰਦਾ ਹੈ, ਫਿਰ ਭਟਕਣਾ ਸ਼ੁਰੂ ਹੁੰਦੀ ਹੈ। ਕਰਤੇ ਦੀ ਮਾਲਕ ਦੀ ਬਖਸ਼ਿਸ਼ ਨਾਲ ਫਿਰ ਇਹ ਸਮਾਂ ਪ੍ਰਾਪਤ ਹੁੰਦਾ ਹੈ ਮਨੁੱਖਾ ਦੇਹੀ ਦਾ, ਮਨੁੱਖਾ ਸਰੀਰ ਦਾ, ਮਨੁੱਖੀ ਜਾਮੇ ਦਾ, ਜਿਸ ਵਿਸ਼ੇ ਦੀ ਯਾਤਰਾ ਫਿਰ ਮਿਲਾਪ ਦੀ ਸ਼ੁਰੂ ਹੁੰਦੀ ਹੈ। ਗੁਰੂ ਦਾ ਮਿਲਾਪ ਇਸ ਯਾਤਰਾ ਨੂੰ ਸੁਖੈਨ ਬਣਾ ਦਿੰਦਾ ਹੈ ਤੇ ਸਤਿਗੁਰ ਤੇ ਕਰਨੀ ਕਮਾਣੀ, ਇਹ ਇਹਦਾ ਜੀਵਨ ਦਾ ਮਾਰਗ ਹੈ। ਉਸ ਕਰਨੀ ਕਮਾਣੀ ਵਿੱਚ ਸਤ ਸੰਗਤ, ਸ਼ਬਦ ਗੁਰੂ, ਸੁਰਤ ਤੋਂ ਚੇਲਾ, ਫਿਰ ਮਾਇਆ ਦੇ ਭਿਆਨਕ ਰੂਪ ਜੋ ਆ ਕੇ ਵਿਆਪਦੇ ਹਨ, ਰਿੱਧ ਸਿੱਧ ਅਵਰਾ ਸਾਧ ਦੀ ਗੱਲ ਸਮਝ ਲੈਣੀ, ਵੱਡੀਆਂ ਰੁਕਾਵਟਾਂ ਹਨ। ਜਦੋਂ ਇਨਸਾਨ ਇੱਥੋਂ ਪਾਰ ਕਰਦਾ ਹੈ ਤਾਂ ਇਹਦੇ ਵਿੱਚ ਉਸਨੂੰ ਫਿਰ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ। ਉਹ ਪਹਿਚਾਣ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮੂਲ ਪਛਾਣਨ ਦੀ ਗੱਲ ਸਮਝ ਲੈਂਦਾ ਹੈ। ਫਿਰ ਉਸ ਕਰਤਾਰ ਦੇ ਅੱਗੇ ਬੇਨਤੀਆਂ ਸ਼ੁਰੂ ਹੁੰਦੀਆਂ ਹਨ ਤੇ ਉਹਨਾਂ ਬੇਨਤੀਆਂ ਦੇ ਵਿੱਚੋਂ ਫਿਰ ਨਿਰਮਲ ਭਾਵ ਦੀ ਯਾਤਰਾ ਆਰੰਭ ਹੁੰਦੀ ਹੈ। ਅੰਦਰ ਭਾਵ ਨਹੀਂ ਬਣਦੀ ਹੈ ਤੇ ਉਸ ਭਾਵ ਦੇ ਵਿੱਚੋਂ ਫਿਰ ਪ੍ਰੀਤ ਜਨਮ ਲੈਂਦੀ ਹੈ। ਨਿਰਮਲ ਭਾਵ ਦੇ ਵਿੱਚੋਂ ਪਿਆਰ ਜਨਮ ਲੈਂਦਾ ਹੈ, ਪ੍ਰੀਤ ਜਨਮ ਲੈਂਦੀ ਹੈ। ਪਹਿਲਾਂ ਡਰ ਸੀ, ਫਿਰ ਡਰ ਬਦਲ ਕੇ ਨਿਰਮਲ ਭਾਵ ਬਣ ਗਿਆ। ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ। ਜਦੋਂ ਨਿਰਮਲ ਭਾਵ ਬਣ ਗਿਆ ਪਰ ਵੇਖੇ ਰਾਮ ਹਦੂਰੇ ਦੀ ਗੱਲ ਹੋ ਗਈ। ਰਾਮ ਨਾਲ ਵਸਦਾ ਨਜ਼ਰ ਆਉਣਾ ਸ਼ੁਰੂ ਹੋਇਆ। ਨਿਰਮਲ ਭਾਵ ਵਿੱਚੋਂ ਇਹ ਚਾਉ ਪੈਦਾ ਹੁੰਦਾ ਹੈ
ਚਾਉ ਦੀ ਅਵਸਥਾ ਤੇ ਭਉ ਦੀ ਅਵਸਥਾ ਵਿੱਚੋਂ ਹੀ ਫਿਰ ਬਦਲ ਕੇ ਭਾਉ ਬਣਦਾ ਹੈ। ਇਸ ਚਾਉ ਦੀ ਅਵਸਥਾ ਤੇ ਭਾਉ ਦੀ ਅਵਸਥਾ ਵਿੱਚੋਂ ਬਦਲ ਕੇ ਫਿਰ ਅੰਦਰ ਭਾਉ ਬਣਦਾ ਹੈ। ਭਾਉ ਦਾ ਅਰਥ ਹੈ ਫਿਰ ਪਿਆਰ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਆਸਾ ਕੀ ਵਾਰ ਵਿੱਚ ਅਸੀਂ ਇਹ ਬਚਨ ਪੜ੍ਹਦੇ ਹਾਂ। ਜਿਨ੍ਹਾਂ ਦੇ ਮਨ ਵਿੱਚ ਇਹ ਭਾਉ ਹੈ, ਉਹਨਾਂ ਦੇ ਅੰਦਰ ਹੀ ਭਾਵਨੀ ਹੈ, ਉਹਨਾਂ ਅੰਦਰ ਹੀ ਪਿਆਰ ਹੈ। ਰੱਬੀ ਪਿਆਰ, ਰੱਬੀ ਬਖਸ਼ਿਸ਼ ਉਦੋਂ ਹੀ ਹੁੰਦੀ ਹੈ ਜਦੋਂ ਅੰਦਰ ਨਿਰਮਲ ਭਾਉ ਜਨਮ ਲੈਂਦਾ ਹੈ। ਪਰਮਾਤਮਾ ਦੇ ਗੁਣਾਂ ਦਾ ਨਿਵਾਸ, ਗੁਣਾਂ ਦਾ ਵਾਸਾ ਉੱਥੇ ਹੁੰਦਾ ਹੈ ਜਿਸ ਹਿਰਦੇ ਵਿੱਚ ਭਾਉ ਭਾਵਨੀ ਹੋਵੇ। ਕੇਵਲ ਗਿਆਨ ਦੀ ਸਤ੍ਹਾ ਦੇ ਉੱਤੇ ਜੀਣ ਵਾਲਿਆਂ ਦੇ ਅੰਦਰ ਭਾਉ ਭਾਵਨੀ ਪੈਦਾ ਨਹੀਂ ਹੁੰਦੀ। ਮੈਂ ਬੇਨਤੀ ਕਰਨੀ ਚਾਹੁੰਦਾ, ਅੱਜ ਸੰਸਾਰ ਗਿਆਨ ਦੀ ਸਤ੍ਹਾ ਤੇ ਜਿਉਣਾ ਜ਼ਿਆਦਾ ਪਸੰਦ ਕਰਦਾ ਹੈ ਔਰ ਆਪਣੇ ਗਿਆਨ ਦੀ ਸਤ੍ਹਾ ਤੇ ਜਿਉਂਦਾ ਹੋਇਆ ਮਰਜ਼ੀ ਦੀ ਗੁਰਬਾਣੀ ਦੇ ਅਰਥ ਬੋਧ ਵੀ ਕਰਦਾ ਹੈ। ਆਪਣੀ ਮਰਜ਼ੀ ਨਾਲ ਤੋੜ ਮਰੋੜ ਕੇ ਆਪਣੀ ਵਿਚਾਰਧਾਰਾ ਨੂੰ ਲਾਗੂ ਕਰਨਾ ਵੀ ਚਾਹੁੰਦਾ ਹੈ। ਪਰ ਬੇਨਤੀ ਕਰਾਂ, ਪਰਮਾਤਮਾ ਦੇ ਗੁਣਾਂ ਦਾ ਵਾਸਾ ਉੱਥੇ ਹੀ ਹੋਵੇਗਾ ਜਿਸ ਹਿਰਦੇ ਵਿੱਚ ਭਾਉ ਭਾਵਨੀ ਹੋਵੇਗੀ। ਇੱਥੋਂ ਹੀ ਫਿਰ ਪ੍ਰੇਮਾ ਭਗਤੀ ਨਾਲ ਜਦੋਂ ਭਾਵਨੀ ਪੈਦਾ ਹੁੰਦੀ ਹੈ, ਫਿਰ ਗੁਰੂ ਸਰਬ ਨਿਧਾਨ ਦੀ ਦਾਤ ਬਖਸ਼ਦਾ ਹੈ। ਸਰਬ ਨਿਧਾਨ ਦੀ ਦਾਤ ਬਖਸ਼ਦਾ, ਉਹ ਨਿਧਾਨ ਸਾਰੇ ਖਜ਼ਾਨੇ, ਭਗਤੀ ਦਾ ਖਜ਼ਾਨਾ ਵੀ ਉਹਦੇ ਵਿੱਚ ਹੈ। ਔਰ ਇਸ ਪ੍ਰੇਮਾ ਭਗਤੀ ਦੇ ਖਜ਼ਾਨੇ ਨਾਲ ਮਨੁੱਖ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਭਉ ਭਾਵਨੀ ਵੀ ਹੋਣਾ, ਭਉ ਭਾਵਨੀ ਤੋਂ ਸਖਣਾ, ਪ੍ਰੇਮ ਤੋਂ ਸਖਣਾ ਕਦੀ ਪਾਰ ਉਤਾਰਾ ਨਹੀਂ ਹੋ ਸਕਦਾ। ਖਿਆਲ ਕਰਨਾ, ਉਹਦੀ ਜੀਵਨ ਦੀ ਯਾਤਰਾ ਕਦੇ ਸਫਲ ਨਹੀਂ ਹੋ ਸਕਦੀ। ਹਰ ਗੁਣ ਹਿਰਦੈ ਟਿਕੈ ਤਿਸ ਕੈ ਜਿਸ ਅੰਤਰ ਭਉ ਭਾਵਨੀ ਹੋਈ। ਹਰ ਗੁਣ ਹਿਰਦੈ ਟਿਕੈ ਤਿਸ ਕੈ, ਕਿਸਦੇ? ਜਿਸ ਅੰਤਰ ਭਉ ਭਾਵਨੀ ਹੋਈ। ਬਿਨ ਭੈ ਕਿਨੇ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਹੁਣ ਇਸ ਭਾਵਨੀ ਤੋਂ ਬਿਨਾ ਪ੍ਰੇਮ ਪੈਦਾ ਨਹੀਂ ਹੁੰਦਾ, ਤੇ ਜਿੱਥੇ ਪ੍ਰੇਮ ਪੈਦਾ ਨਹੀਂ ਹੁੰਦਾ ਉੱਥੇ ਮਿਲਾਪ ਵੀ ਨਹੀਂ ਹੁੰਦਾ। ਦੇਖੋ ਕਿੰਨੀ ਕੜੀ ਜੁੜਦੀ ਹੈ ਆਪੋ ਵਿੱਚ। ਕਿਤਨੀਆਂ ਗੁਰੂ ਸਾਹਿਬ ਜੀ ਨੇ ਕਿੰਨੀਆਂ ਗੱਲਾਂ ਸਾਨੂੰ ਸਮਝਾ ਦਿੱਤੀਆਂ ਗੁਰਬਾਣੀ ਦੀ ਇਸ ਪੰਕਤੀ ਵਿੱਚ ਹੀ। ਹਰੀ ਦੇ ਗੁਣ ਉਸ ਹਿਰਦੇ ਵਿੱਚ ਟਿਕਦੇ ਹਨ ਜਿੱਥੇ ਭਉ ਭਾਵਨੀ ਹੋਵੇ। ਜੇ ਭਉ ਭਾਵਨੀ ਨਹੀਂ ਫਿਰ ਉੱਪਰੋਂ ਉੱਪਰੋਂ ਲੰਘ ਜਾਂਦੇ ਹਨ, ਟਿਕਦੇ ਨਹੀਂ। ਤੇ ਬਿਨਾਂ ਟਿਕਣ ਤੋਂ, ਬਿਨਾਂ ਟਿਕਾਣੇ ਤੋਂ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ। ਜਦ ਤੱਕ ਹਰੀ ਦੇ ਗੁਣਾਂ ਦਾ ਵਾਸਾ ਸਾਡੇ ਹਿਰਦੇ ਵਿੱਚ ਹੋ ਨਹੀਂ ਜਾਂਦਾ, ਉਹਨੂੰ ਟਿਕਾਣਾ ਨਹੀਂ ਮਿਲ ਜਾਂਦਾ, ਅੰਦਰ ਲੱਭ ਨਹੀਂ ਲੈਂਦਾ, ਉਦੋਂ ਤੱਕ ਮਿਲਾਪ ਨਹੀਂ ਹੁੰਦਾ, ਮੰਜ਼ਿਲ ਵੀ ਨਹੀਂ ਮਿਲਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਉ ਭਾਉ ਪ੍ਰੀਤ ਨਾਨਕ ਤਿਸ ਲਾਗੈ ਜਿਸ ਤੂੰ ਆਪਣੀ ਕਿਰਪਾ ਕਰੇ। ਇਹ ਹੈ ਪਹਿਲੀਆਂ ਕੀਤੀਆਂ ਹੋਈਆਂ ਬੇਨਤੀਆਂ ਦਾ, ਜਿਹੜੀ ਬਿਨੋ ਬੋ ਸਾਰਿਆਂ ਦੀ ਗੱਲ ਆਪਾਂ ਕੀਤੀ ਸੀ, ਬਿਨੋ ਮੋਹਿ ਸਾਰਿਆ, ਇਹ ਉਸ ਬੇਨਤੀਆਂ ਦੀ ਗੱਲ ਹੋ ਰਹੀ ਹੈ। ਤੇ ਉਸ ਬੇਨਤੀਆਂ ਦੇ ਅੰਦਰੋਂ ਫਿਰ ਗੁਰੂ ਦੀ ਕਿਰਪਾ ਜਨਮ ਲੈਂਦੀ ਹੈ, ਤੇ ਗੁਰੂ ਦੀ ਕਿਰਪਾ ਨਾਲ ਅੰਦਰ ਭਾਉ ਤੇ ਭਾਉ ਬਣਦਾ ਹੈ, ਪ੍ਰੀਤ ਪੈਦਾ ਹੁੰਦੀ ਹੈ। ਜਦੋਂ ਪ੍ਰੀਤ ਅੰਦਰ ਬਣ ਜਾਂਦੀ ਹੈ, ਕੇਵਲ ਤਾਂ ਕੇਵਲ ਰੱਬੀ ਪ੍ਰੀਤ ਹੀ ਅੰਦਰ ਵਸ ਜਾਵੇ, ਫਿਰ ਅੰਦਰੋਂ ਅਰਦਾਸ ਨਿਕਲਦੀ ਹੈ, ਤਰਲਾ ਨਿਕਲਦਾ ਹੈ। ਉਹ ਹੈ ਕਿਤੈ ਪ੍ਰਕਾਰ ਨਾ ਟੂਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ। ਤਰਾਸਰੀ ਰਾਗ ਸਤਿਗੁਰੂ ਦਾ ਬਚਨ ਆਉਂਦਾ ਹੈ ਵੀ ਕਿਤੈ ਪ੍ਰਕਾਰ ਹੁਣ ਟੁੱਟ ਨਾ ਜਾਵੇ, ਇਹ ਪ੍ਰੀਤ ਕਿਤੇ ਟੁੱਟ ਨਾ ਜਾਏ। ਇਹ ਮੇਰੇ ਮਾਲਕਾ, ਇਹ ਤਾਂ ਮੇਰੀ ਜਿੰਦ ਜਾਨ ਹੈ, ਇਹ ਮੇਰੀ ਜਿੰਦ ਦਾ ਆਸਰਾ ਹੈ। ਇੱਕ ਪਲ ਦਾ ਵਿਛੋੜਾ ਵੀ
ਹੁਣ ਮੇਰੇ ਲਈ ਸਹਿਣ ਕਰਨਾ ਔਖਾ ਹੈ। ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਉਂਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧਿਰਾਉਂਦ। ਇਸ ਪ੍ਰੀਤ, ਇਸ ਬਿਰਹਾ ਵਿੱਚ ਰੰਗੇ ਹੋਏ ਨੂੰ ਧੀਰਜ ਕਿੱਥੋਂ ਆਵੇ। ਵਿਛੋੜਾ ਸੁਣਦਿਆਂ ਤਾਂ ਇਉਂ ਲੱਗਦਾ ਹੈ ਜਿਵੇਂ ਦੁੱਖ ਹੀ ਵਾਪਰ ਗਿਆ ਹੈ। ਤੇਰੇ ਦਰਸ਼ਨਾਂ ਤੋਂ ਵੇਖ, ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੀ ਤਾਂ ਆਤਮਿਕ ਮੌਤ ਹੋ ਜਾਂਦੀ ਹੈ। ਬਿਨ ਡਿੱਠੇ ਮਰਿਆਉਂਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧਿਰਾਉਂਦ। ਹੌਸਲਾ ਹੀ ਨਹੀਂ ਹੁੰਦਾ। ਬਸ ਇਹੋ ਹੀ ਉਦਮ ਹੁੰਦਾ ਹੈ ਕਿ ਇਹ ਪ੍ਰੀਤ ਬਣੀ ਰਹੇ। ਪ੍ਰੀਤ ਤਿਆਗ ਕੇ ਇਸ ਦੀ ਥਾਂ ਕੋਈ ਰਾਜ ਭਾਗ ਵੀ ਮਿਲਦਾ ਹੋਵੇ, ਰਾਜ ਗੱਦੀ ਵੀ ਮਿਲਦੀ ਹੋਵੇ, ਤਖਤ ਸਿੰਘਾਸਨ ਵੀ ਮਿਲਦੇ ਹੋਣ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਬੰਦਾ ਉਸ ਨੂੰ ਠੋਕਰ ਮਾਰ ਕੇ ਪਰਾਂ ਕਰ ਦਿੰਦਾ ਹੈ, ਤਿਆਗ ਦਿੰਦਾ ਹੈ। ਨਹੀਂ ਚਾਹੀਦੇ। ਅਕਬਰ ਵੀ ਆਇਆ ਸੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਇਹ ਕਹਿਣ ਲਈ, ਜ਼ਗੀਰਾਂ ਦੇਣ ਦੇ ਲਈ, ਪਰ ਸਤਿਗੁਰੂ ਜੀ ਦਾ ਜਵਾਬ ਬੜਾ ਖੂਬਸੂਰਤ ਸੀ। ਭਲਿਆ, ਇਹ ਗੁਰੂ ਨਾਨਕ ਦਾ ਘਰ ਰਾਜਿਆਂ ਦੀਆਂ ਜ਼ਗੀਰਾਂ ਤੇ ਨਹੀਂ ਚੱਲਦਾ। ਗੁਰੂ ਨਾਨਕ ਦਾ ਘਰ ਤਾਂ ਪੈਰ ਨਾਲ ਭਿੱਜੇ ਹੋਏ ਗੁਰੂ ਕੇ ਪਿਆਰਿਆਂ ਦੇ ਬਖਸ਼ੀ ਹੋਈ ਦੌਲਤ ਨਾਲ ਚੱਲਦਾ ਹੈ। ਉਹਨਾਂ ਦੇ ਜੀਵਨ ਦਾ ਢੰਗ ਬਦਲ ਜਾਂਦਾ ਹੈ। ਜਗਤ ਦੇ ਬਹੁਤੇ ਭਗਤ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਮਨ ਦੀ ਲਾਲਸਾ ਰਹਿੰਦੀ ਹੈ ਕਿ ਅਸੀਂ ਮੁਕਤੀ ਹਾਸਲ ਕਰ ਲਈਏ, ਰਾਜ ਆਪ ਕਰ ਲਈਏ, ਇਸ ਤਰ੍ਹਾਂ ਕਰ ਲਈਏ। ਇਸ ਤਰ੍ਹਾਂ ਦੇ ਵੀ ਬੰਦੇ ਮਿਲਦੇ ਨੇ ਬੰਦਗੀ ਕਰਨ ਵਾਲੇ। ਪਰ ਪ੍ਰੀਤ ਵਿੱਚ ਭਿੱਜਾ ਹੋਇਆ ਮਨੁੱਖ ਇਸ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ। ਉਹ ਤਾਂ ਮੁਕਤੀ ਦੀ ਮੰਗ ਵੀ ਨਹੀਂ ਕਰਦਾ। ਉਹ ਤਾਂ ਮੰਗ ਕੀ ਕਰਦਾ ਹੈ? ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਬਸ ਇਹੋ ਹੀ ਮੰਗ ਉਹਦੀ ਹੁੰਦੀ ਹੈ। ਇਹ ਪ੍ਰੀਤ ਪ੍ਰੇਮ ਦੀ ਮੰਡੀ ਵਿੱਚੋਂ ਖਰੀਦੀ ਜਾਂਦੀ ਹੈ। ਇਸ ਪ੍ਰੀਤ ਦੇ ਬਦਲੇ ਗੁਰੂ ਕੇ ਪਿਆਰ ਵਾਲਿਓ ਆਪਾਂ ਆਪ ਵੇਚਣਾ ਪੈਂਦਾ ਹੈ। ਆਪਣੇ ਆਪ ਨੂੰ ਵੇਚਣਾ ਪੈਂਦਾ ਹੈ। ਮਨ ਵੇਚੇ ਸਤਿਗੁਰ ਕੇ ਪਾਸ। ਇਹ ਹੈ ਉਹ ਸਤਿਗੁਰ ਦੇ ਅੱਗੇ ਕੀ ਵੇਚਣਾ ਪੈਂਦਾ? ਮਨ ਨਾਲ ਵੇਚਣਾ ਪੈਂਦਾ ਹੈ। ਕਿ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ। ਕਾਮਨਾ ਰਹਿਤ ਹੋ ਕੇ ਇਹ ਪ੍ਰੀਤ ਨਿਭਾਈ ਜਾਂਦੀ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੋਈ ਇੱਛਾ ਬਾਕੀ ਹੁੰਦੀ ਨਹੀਂ। ਕੇਵਲ ਤੇਰੀ ਸਿਫਤ ਸਲਾਹ ਤੇ ਗੀਤ ਗਾਉਣੇ ਉਹਦੇ ਜੀਵਨ ਦੀ ਇੱਛਾ ਹੈ। ਕੇਵਲ ਤੇਰੀ ਬੰਦਗੀ, ਤੇਰੀ ਭਗਤੀ, ਤੇਰੇ ਨਾਮ ਦੇ ਵਿੱਚ ਜੁੜਨਾ ਹੀ ਅੰਦਰ ਦੀ ਇੱਛਾ ਬਣ ਜਾਂਦੀ ਹੈ। ਪ੍ਰੀਤ ਉਹਦੀ ਜ਼ਿੰਦਗੀ ਹੈ। ਐਸੇ ਪ੍ਰਭੂ ਪਿਆਰ ਵਿੱਚ ਰੰਗੇ ਹੋਏ ਤੇ ਜੀਵਨ ਦਾ ਨਿਸ਼ਾਨਾ ਪ੍ਰੀਤ ਹੀ ਹੁੰਦਾ ਹੈ। ਪ੍ਰੀਤ ਟੁੱਟ ਜਾਏ ਤਾਂ ਮੌਤ ਹੋ ਜਾਂਦੀ ਹੈ। ਮਨੁੱਖ ਕਿੰਨਾ ਵੀ ਸੋਹਣਾ ਹੋਵੇ, ਸੁੰਦਰ ਹੋਵੇ, ਜੇ ਉਹ ਮਰ ਗਿਆ ਉਹਦੀ ਕੀ ਵੈਲਿਊ ਹੈ? ਗੁਰੂ ਪਾਤਸ਼ਾਹ ਜੀ ਨੇ ਬੜਾ ਪਿਆਰਾ ਪ੍ਰਮਾਨ ਲਿਖਿਆ ਹੈ, ਪ੍ਰੀਤ ਤੋਂ ਬਿਨਾਂ ਕੀ ਹੈ? ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਨਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪ੍ਰੀਤ ਦੀ ਗੱਲ ਹੈ। ਪ੍ਰੀਤ ਹੈ, ਪ੍ਰੀਤ ਜਨਮ ਲੈਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤ ਦੇ ਮੁਕਾਬਲੇ ਦੇ ਵਿੱਚ ਦੁਨੀਆ ਦੀਆਂ ਚੀਜ਼ਾਂ ਦੀ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਉੱਥੇ ਤਾਂ ਕਿਉਂਕਿ ਭਗਤ ਜੀ ਦਾ ਜਿਹੜਾ ਬਚਨ ਆਉਂਦਾ ਨਾ, ਕਹਿੰਦੇ ਮੈਂ ਤਾਂ ਜਿੰਦ ਵੇਚ ਕੇ ਲਈ ਹੈ, ਹੁਣ ਟੁੱਟੇ ਨਾ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਦ ਘਟੇ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਬੜਾ ਮੁੱਲ ਮਹਿੰਗਾ ਤਾਰ ਕੇ ਮਿਲਦੀ ਹੈ, ਆਪਣੀ ਜਿੰਦ ਵੇਚ ਕੇ ਮਿਲਦੀ ਹੈ, ਗੁਰੂ ਨੂੰ ਅਰਪਣ ਕਰਕੇ ਮਿਲਦੀ ਹੈ। ਦੇਖੋ ਕਮਾਲ ਦੀ ਗੱਲ ਹੈ।
ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਬਬੀਹੇ ਦੀ ਸਵਾਂਤੀ ਬੂੰਦ ਨਾਲ ਪ੍ਰੀਤ ਹੈ। ਤੇ ਮੱਛੀ ਤੋਂ ਪਾਣੀ ਦਾ ਵਿਛੋੜਾ ਉਹਦੀ ਮੌਤ ਦਾ ਕਾਰਨ ਬਣਦਾ ਹੈ। ਬਬੀਹੇ ਤੋਂ ਸਵਾਂਤੀ ਬੂੰਦ ਨਾ ਮਿਲਣੀ, ਚਿਉਂ ਚਿਉਂ ਪ੍ਰਿਉਂ ਪ੍ਰਿਉਂ ਦੀ ਪੁਕਾਰ ਕਦੀ ਹਟਦੀ ਨਹੀਂ। ਤੇ ਗੁਰੂ ਕੇ ਸਿੱਖਾ, ਗੁਰੂ ਕੇ ਪਿਆਰ ਵਾਲਿਆ, ਤੂੰ ਵੀ ਤਾਂ ਬਿਨੋਂ ਕਰ, ਬੇਨਤੀ ਕਰ ਉਸ ਪ੍ਰੀਤ ਦੇ ਲਈ, ਉਸ ਤਰਲਾ ਕਰ ਉਸ ਮਾਲਕ ਦੇ ਅੱਗੇ ਤੇ ਆਖ ਕਰਵਤ ਭਲਾ ਨਾ ਕਰਵੜ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵੜ ਦੇ ਮੂਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੂ। ਇਹ ਕਹਿ ਕੇ ਤਾਂ ਦੇਖ ਭਗਤ ਕਬੀਰ ਜੀ ਵਾਂਗੂ, ਭਲਿਆ ਪ੍ਰੀਤ ਉਹਨਾਂ ਦੀ ਨਿਭਦੀ ਹੈ। ਪ੍ਰੀਤ ਨਿਭਾਈ ਭਾਈ ਮਤੀ ਦਾਸ ਨੇ, ਪ੍ਰੀਤ ਨਿਭੀ ਭਾਈ ਸਤੀ ਦਾਸ ਜੀ ਦੀ, ਪ੍ਰੀਤ ਨਿਭਾਈ ਭਾਈ ਦਿਆਲਾ ਜੀ ਨੇ, ਪ੍ਰੀਤ ਨਿਭੀ ਭਾਈ ਮਨੀ ਸਿੰਘ ਜੀ ਦੀ, ਪ੍ਰੀਤ ਨਿਭੀ ਬੰਦਾ ਸਿੰਘ ਬਹਾਦਰ ਦੀ। ਕਿੰਨੇ ਅਣਗਿਣਤ ਨਾਮ ਹਨ ਇਤਿਹਾਸ ਵਿੱਚ। ਬਾਬਾ ਮਤੀ ਦਾਸ ਆਰੇ ਨਾਲ ਦਫਾੜ ਕਰਨਾ ਹੈ ਤਾਂ ਕਰਬਤ ਭਲਾ ਕੇਵਲ ਕਹਿਣ ਦੀਆਂ ਗੱਲਾਂ ਨਹੀਂ ਹਨ। ਸਿਰ ਤੇ ਆਰਾ ਰੱਖ ਦਿੱਤਾ ਤੇ ਭਾਈ ਮਤੀ ਦਾਸ ਨੇ ਕੋਈ ਗੱਲ ਕਹੀ, ਜਪਜੀ ਦਾ ਪਾਠ ਸ਼ੁਰੂ ਕੀਤਾ, ਉਦੋਂ ਤੱਕ ਚੀਰਦੇ ਜਾਓ ਜਦ ਤੱਕ ਜਪਜੀ ਦੇ ਪਾਠ ਦਾ ਭੋਗ ਨਹੀਂ ਪੈ ਜਾਂਦਾ। ਵਾਹ। ਤੇ ਪਿੰਜਰੇ ਵਿੱਚ ਬੰਦ ਭਾਈ ਮਤੀ ਦਾਸ ਕਹਿੰਦਾ, ਮੈਂ ਇਹਨੂੰ ਸ਼ਹੀਦ ਕਰਨ ਲੱਗਿਆ, ਮੇਰਾ ਮੂੰਹ ਉਸ ਪਿੰਜਰੇ ਵੱਲ ਕਰ ਦੇਣਾ ਜਿਸ ਪਿੰਜਰੇ ਵਿੱਚ ਮੇਰੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰਕੇ ਰੱਖਿਆ, ਤਦ ਕਿ ਆਖਰੀ ਸਵਾਸ ਤੇ ਵੀ ਮੈਂ ਆਪਣੇ ਗੁਰਦੇਵ ਦੇ ਦਰਸ਼ਨ ਦੀਦਾਰ ਕਰ ਲਵਾਂ। ਇਹ ਪ੍ਰੀਤ ਹੈ, ਜਿੰਦ ਵੇਚ ਕੇ ਲਈ ਜਾਂਦੀ, ਜਿੰਦ ਦੇ ਬੱਟੇ ਵਿੱਚ ਮਿਲਦੀ ਹੈ, ਤੇ ਪ੍ਰੀਤ ਉਦਾਂ ਨਹੀਂ ਮਿਲਦੀ। ਸੱਚੀ ਪ੍ਰੀਤ ਕਹਿੰਦੇ ਹੀ ਉਸਨੂੰ ਹਨ ਜਦੋਂ ਇੱਕ ਤੋਂ ਬਿਨਾ ਕੋਈ ਹੋਰ ਆਪਣੇ ਪਿਆਰੇ ਵਰਗਾ ਨਜ਼ਰ ਹੀ ਨਾ ਆਵੇ। ਸੱਚੀ ਪ੍ਰੀਤ ਉਹ ਨਹੀਂ ਕਹਿੰਦੇ ਹਨ। ਜਿੱਥੇ ਮੇਰੇ ਪਿਆਰੇ ਦਾ ਵਾਸਾ ਹੋਵੇ ਉੱਥੇ ਹੀ ਉਸਨੂੰ ਪਿਆਰ ਕਰਨ ਲਈ ਮੈਂ ਪਹੁੰਚ ਜਾਵਾਂ, ਬਸ ਇਹ ਸੱਚੀ ਪ੍ਰੀਤ ਹੈ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਇਹ ਐਸੀ ਪ੍ਰੀਤ ਹੈ ਜਿਹੜੀ ਉਸ ਪ੍ਰੀਤ ਜਨਮ ਲੈਂਦੀ ਹੈ ਦਿਨੋਂ ਦੇ ਵਿੱਚੋਂ। ਅਸਲ ਵਿੱਚ ਮਨੁੱਖਤਾ ਦਾ ਸਤਿਕਾਰ ਉਹੀ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਨਾਲ ਪ੍ਰੀਤ ਹੁੰਦੀ ਹੈ। ਇਨਸਾਨੀਅਤ ਦੀ ਕਦਰ ਉਹੀ ਜਾਣਦਾ ਹੈ। ਰੱਬੀ ਮਾਰਗ ਤੇ ਪਹੁੰਚਣ, ਰੱਬੀ ਮੰਜ਼ਿਲ ਪ੍ਰਾਪਤੀ ਲਈ ਇਹ ਪ੍ਰੀਤ ਬੜੀ ਇੱਕ ਅਹਿਮ ਰੋਲ ਅਦਾ ਕਰਦੀ ਹੈ। ਇੱਕ ਅਹਿਮ ਰੋਲ ਅਦਾ ਕਰਦੀ ਹੈ ਇਸ ਪ੍ਰੀਤ ਦੇ ਵਿੱਚੋਂ। ਜਦੋਂ ਇਸ ਪ੍ਰੀਤ ਦੀ ਜਦੋਂ ਸਿਖਰ ਤੇ ਬੰਦਾ ਪਹੁੰਚ ਜਾਂਦਾ ਹੈ, ਉਦੋਂ ਮਿਲਾਪ ਦੀ ਗੱਲ ਹੁੰਦੀ ਹੈ ਤੇ ਉਹਦੇ ਅੰਦਰੋਂ ਆਵਾਜ਼ਾਂ ਕੀ ਨਿਕਲਦੀਆਂ ਹੈ, ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤੇ ਹਿੰਜੀ ਕਾਢਿਆ, ਜਿਨ੍ਹਾਂ ਨੇ ਰੁਝਾਨੇ ਲੱਗਾ, ਝੂਰ ਮਰੋ ਸੇ ਵਾਂਢਿਆ, ਹੋਣਾ ਛੋਡੂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਦਾ ਆਸਰਾ। ਕਿਆ ਕਮਾਲ ਦੇ ਬੋਲ ਸੂਹੀ ਰਾਗ ਦੇ ਪਾਤਸ਼ਾਹ ਨੇ ਲਿਖੇ ਹਨ। ਹੈ ਤਾਂ ਤੇਰੀ ਨਾ, ਹੈ ਤਾਂ ਤੇਰੀ, हे ਮਾਲਕਾ ਤੇਰੇ ਨਾਲ ਪ੍ਰੀਤ ਹੈ, ਤੇਰੀ ਆ। ਸੱਚੀ ਪ੍ਰੀਤ ਦਾ ਵਪਾਰੀ ਹਰ ਕੁਰਬਾਨੀ ਕਰਕੇ ਵੀ ਪ੍ਰੀਤ ਨੂੰ ਪਾਲਦਾ ਹੈ। ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਅਸੀਂ ਉਹ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਦੇ ਹਾਂ ਜਿਹੜੀ ਕੀਮਤੀ ਹੋਣ, ਕਿਤੇ ਗਵਾਚ ਨਾ ਜਾਣ। ਆਮ ਕਰਕੇ ਸਾਡਾ ਸੁਭਾਅ ਇਹ ਹੁੰਦਾ ਹੈ। ਸੰਸਾਰ ਵਿੱਚ ਇਹ ਚੀਜ਼ ਆਮ ਵੇਖੀ ਦੀ ਹੈ। ਇਹ ਕਹਿ ਲਈਏ ਇੱਕ ਧਨ ਬੰਦਾ ਸੰਭਾਲ ਕੇ ਰੱਖਦਾ ਹੈ ਤੇ ਦੂਜਾ ਬੰਦਾ ਆਪਣੀ ਜਵਾਨੀ ਦੇ ਉੱਤੇ ਵੀ ਬੜਾ
ਸੰਭਾਲ ਕਰਦਾ ਹੈ, ਕਿਤੇ ਬੁੱਢਾ ਨਾ ਨਜ਼ਰ ਆ ਜਾਵਾਂ, ਕਿਤੇ ਕਮਜ਼ੋਰੀ ਨਾ ਹੋ ਜਾਏ। ਪਰ ਪਿਆਰਿਓ, ਜੇ ਕਿਤੇ ਬਾਬਾ ਫਰੀਦ ਜੀ ਨੂੰ ਪੁੱਛ ਕੇ ਵੇਖੀਏ, ਬਾਬਾ ਜੀ ਪ੍ਰੀਤ ਨਿਭਾ ਰਹੇ ਇਸ ਤਰ੍ਹਾਂ ਨਿਭ ਜਾਂਦੀ ਹੈ? ਕਹਿੰਦੇ ਮੈਂ ਤਾਂ ਕਈ ਜੋਬਨ ਵਾਰਦੇ ਆ, ਮੈਂ ਤਾਂ ਕਈ ਜਿੰਦ ਵਾਰਦੇ ਆ ਇਸ ਪ੍ਰੀਤ ਦੇ ਖਾਤਰ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਉਹਦੀ ਪੁਕਾਰ ਤੇ ਹੁੰਦੀ ਹੈ, ਉਹ ਤੇ ਇਹ ਗੱਲਾਂ ਕਰਦਾ ਹੈ ਵੀ ਜਿਨ੍ਹਾਂ ਨੇ ਪ੍ਰੀਤ ਪਾਈ ਨਹੀਂ, ਉਹ ਤਾਂ ਸੰਸਾਰ ਤੇ ਆਏ ਜਾਂ ਨਾ ਆਏ। ਰੱਬੀ ਪਿਆਰ ਵਿੱਚ ਰੰਗਿਆ ਹੋਇਆ ਤਾਂ ਇਹ ਅਸ਼ਕ ਜਿਹੜਾ ਹੈ, ਪਿਆਰੇ ਦਾ ਅਸ਼ਕ, ਉਹ ਮੰਗਤਾ ਕੀ ਹੈ? ਵਿਸਤਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਪਰਵਲ ਭਈ, ਆਨ ਬਿਖੈ ਜਰੀ। ਉਹ ਤਾਂ ਇਹ ਮੰਗਦਾ ਹੈ। ਉਹ ਆਸ਼ਿਕ ਹੀ ਕਾਹਦਾ ਹੈ? ਜਿਹਦੀ ਆਸ਼ਕੀ ਵਿੱਚੇ ਟੁੱਟ ਜਾਏ, ਦੂਜੇ ਨਾਲ ਲੱਗ ਜਾਏ। ਇੱਕ ਨਹੀਂ ਆਸ਼ਕੀ, ਦੂਜਾ ਲੱਗੇ ਜਾਏ। ਤੇ ਅੱਗੋਂ ਗੁਰੂ ਬਾਬਾ ਜੀ ਕਹਿੰਦੇ, ਨਾਨਕ ਆਸ਼ਿਕ ਕਾਹਦੀ ਹੈ, ਸਦ ਹੀ ਰਹੇ ਸਮਾਏ। ਆਸ਼ਿਕ ਉਹ ਹੈ, ਆਸ਼ਿਕ ਉਹ ਨਹੀਂ ਜਿਹੜਾ ਗੱਲਾਂ ਨਾਲ ਆਸ਼ਕੀ ਨਿਭਾਉਣਾ ਚਾਹੇ, ਦੂਜੇ ਦਾ ਖਿਆਲ ਤੱਕ ਨਾ ਆਵੇ। ਬੜਾ ਪਿਆਰਾ ਇੱਕ ਸ਼ਲੋਕ ਲਿਖਿਆ ਸ਼ੇਖ ਫਰੀਦ ਜੀ ਨੇ, ਕਹਿੰਦੇ ਸੁਹਾਗਣ ਨੂੰ ਲੱਭਣ ਵਾਲੀਏ, ਕਿਤੇ ਨਾ ਕਿਤੇ ਕਮੀ ਜ਼ਰੂਰ ਹੈ। ਪ੍ਰੀਤ ਕਿਉਂ ਨਹੀਂ ਪਲੀ ਗਈ, ਸੁਹਾਗਣ ਤੱਕ ਕਿਉਂ ਨਹੀਂ ਪਹੁੰਚੀ, ਕਿਤੇ ਕਮੀ ਜ਼ਰੂਰ ਹੈ। ਬੜਾ ਪਿਆਰਾ ਬੋਲ ਹੈ, ਸ਼ੇਖ ਫਰੀਦ ਜੀ ਦਾ ਸ਼ਲੋਕ ਆਉਂਦਾ, ਟੁੜੇ ਦੀਏ ਸੁਹਾਗ ਕੋ ਤੋ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਇਹ ਹੈ ਪ੍ਰੀਤ ਦਾ ਸਿਖਰ। ਸੁਹਾਗਣਾ ਦੇ ਜਿਨ੍ਹਾਂ ਨੇ ਸੁਹਾਗਣ ਕਹਾਉਣਾ, ਉਹ ਕਿਸੇ ਹੋਰ ਵੱਲ ਨਹੀਂ ਵੇਖਦੇ, ਇੱਕੋ ਦਾ ਆਸਰਾ ਤੱਕਦੀਆਂ ਹਨ। ਸੱਚੀ ਪ੍ਰੀਤ ਉਹ ਹੈ ਜਿਸ ਵਿੱਚ ਰੀਤ ਨਹੀਂ ਹੁੰਦੀ, ਕੇਵਲ ਰਸਮ ਨਹੀਂ ਹੁੰਦੀ, ਰਿਵਾਜ ਨਹੀਂ ਹੁੰਦੇ। ਪ੍ਰੀਤ ਕਰਨ ਵਾਲੇ ਕੋਲ ਕੋਈ ਰਸਮੋ ਰਿਵਾਜ ਜਾਂ ਰੀਤਾਂ ਦੀ ਗੱਲ ਨਹੀਂ ਹੁੰਦੀ। ਉਹ ਤਾਂ ਦੁਨੀਆ ਦੀਆਂ ਸਾਰੇ ਬੰਧਨਾਂ ਨੂੰ, ਰੀਤੀ ਰਿਵਾਜਾਂ ਨੂੰ ਤੋੜ ਕੇ, ਸੰਸਾਰ ਦੀਆਂ ਮਰਿਆਦਾ ਨੂੰ ਤੋੜ ਕੇ ਵੀ ਜਿਸ ਵਿੱਚੋਂ ਪਿਆਰਾ ਵਿਸਰਦਾ ਹੋਵੇ, ਇੱਕ ਪਾਸੇ ਕਰ ਦਿੰਦਾ ਹੈ। ਉਹ ਤਾਂ ਇਹੋ ਹੀ ਕਹਿੰਦਾ, ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ। ਉਹਦੇ ਅੰਦਰੋਂ ਤਾਂ ਇਹ ਗੱਲਾਂ ਨਿਕਲਦੀਆਂ ਹਨ। ਸ਼ਬਦ ਗੁਰੂ ਨਾਲ ਜੁੜਿਆ ਹੋਇਆ, ਸੁਰਤ ਧੁਨ ਚੇਲਾ ਹੋ ਕੇ ਇਹ ਜਗਿਆਸੂ, ਇਹ ਮਨੁੱਖ ਇਸ ਵਿਖੜੇ ਪੈਂਡੇ ਨੂੰ ਤੈਅ ਕਰਦਾ ਕਰਦਾ ਗੁਰੂ ਬਖਸ਼ਿਸ਼ ਦੁਆਰਾ ਸੱਚਾ ਪ੍ਰੀਤਵਾਨ ਬਣ ਜਾਂਦਾ ਹੈ। ਪ੍ਰੀਤ ਇੱਕ ਅਜਿਹੀ ਤਾਕਤ ਹੈ, ਅਜਿਹੀ ਸ਼ਕਤੀ ਹੈ, ਜਿਹੜੀ ਆਪਣੇ ਪਿਆਰੇ ਦੀ ਗੋਦ ਤੱਕ ਲੈ ਜਾਂਦੀ ਹੈ। ਪ੍ਰੀਤਵਾਨ ਮੰਜ਼ਲਾਂ ਦੇ ਨੇੜੇ ਪਹੁੰਚ ਜਾਂਦੇ ਹਨ। ਭਾਵ ਪ੍ਰੀਤ ਵਿੱਚ ਹਰ ਪਲ ਬਿਤਾਉਣ ਵਾਲਾ ਪਿਆਰਿਓ ਸੱਚੇ ਦੀ ਦਰਗਾਹ ਤੋਂ ਫਿਰ ਦੂਰ ਨਹੀਂ ਰਹਿੰਦਾ। ਪ੍ਰੀਤ ਦੀ ਅਗਲੀ ਨਿਸ਼ਾਨੀ ਹੈ ਨੇੜਤਾ। ਬੜਾ ਸਾਂਝ ਹੈ। ਪ੍ਰੀਤ ਹਮੇਸ਼ਾ ਨੇੜਤਾ ਲੋੜਦੀ ਹੈ, ਨੇੜਤਾ ਚਾਹੁੰਦੀ ਹੈ। ਪ੍ਰੀਤਵਾਨ ਲਈ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੁੰਦਾ ਹੈ, ਜਿਸ ਕਰਕੇ ਉਹਦੇ ਹਿਰਦੇ ਵਿੱਚੋਂ ਮਿਲਾਪ ਲਈ ਉਮਾਹ ਉੱਠ ਖੜੋਂਦੀਆਂ ਹਨ, ਤਰੰਗਾਂ ਉੱਠ ਖੜੋਂਦੀਆਂ ਹਨ। ਹਿਰਦੇ ਦਾ ਦਰਦ ਕਈ ਵਾਰੀ ਅੱਖਾਂ ਦੇ ਇਹਨਾਂ ਦਰਵਾਜ਼ਿਆਂ ਦੇ ਵਿੱਚੋਂ ਅਥਰੂਆਂ ਦੇ ਰੂਪ ਵਿੱਚ ਬਹਿ ਕੇ ਚੱਲ ਪੈਂਦਾ ਹੈ। ਇਹ ਹਿਰਦੇ ਦਾ ਦਰਦ ਅੱਖਾਂ ਚੋਂ ਵਹਿ ਤੁਰਦਾ ਹੈ। ਮਨ ਅੰਦਰ ਐਸੀ ਵਿਚਾਰ ਪੈਦਾ ਹੁੰਦੀ ਹੈ, ਕਿਧਰੇ ਮੇਰੇ ਪਿਆਰੇ ਦੇ ਮਿਲਾਪ ਲਈ ਉਸ ਕੋਲ ਕਿਤੇ ਉੱਡ ਕੇ ਵੀ ਮੈਂ ਪਹੁੰਚ ਜਾਵਾਂ। ਉਡੀਨੀ 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 ਕਬ ਘਰ ਆਵੇਰੀ, ਕਦੋਂ ਆਏਗਾ, ਕਦੋਂ ਆਏਗਾ, ਉਡੋ ਨਾ ਖਾਗਾ ਕਾਰ, ਵੇਗ ਮਲੀਜੇ ਆਪਣੇ ਰਾਮ ਪਿਆਰੇ। ਉਡੋ ਨਾ ਕਾਗਾ ਕਾਰ,
ਵੇਗ ਮਲੀਜੇ ਆਪਣੇ ਰਾਮ ਪਿਆਰੇ। ਕਿਆ ਕਮਾਲ ਦੇ ਬੋਲ ਹਨ ਸਤਿਗੁਰੂ ਜੀ ਦੇ। ਕੋਈ ਐਸੇ ਖੰਭ ਮਿਲ ਜਾਣ, ਦੱਸੋ ਕਿੱਥੋਂ ਲਿਆਵਾਂ, ਜਿਸ ਨਾਲ ਮੈਂ ਆਪਣੇ ਤਨ ਤੇ ਮਨ ਨੂੰ ਜੋੜ ਕੇ ਉਹਨਾਂ ਖੰਭਾਂ ਦੇ ਸਹਾਰੇ ਤੇ ਉੱਡ ਕੇ ਮੈਂ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚ ਜਾਵਾਂ। ਖੰਭਾਂ ਦਾ ਮੁੱਲ ਭਾਵੇਂ ਕੋਈ ਵੀ ਹੋਵੇ, ਉਹ ਪਿਆਰੀ ਸਾਈਂ ਮਿਲ ਤਾਂ ਜਾਵੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਖੰਭ ਵਿਕਾਂਦੜੇ ਜੇ ਰਹਾ ਕਿ ਨਾ ਸਾਮੀ ਤੋਲ, ਕੀ ਕਰਾਂ ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ। ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਕਿਉਂ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਅਵੇਸਾ। ਉਹ ਹੈ ਸੱਜਣ ਸੱਚਾ ਪਾਤਸ਼ਾਹ। ਕਿਤੇ ਪਿਆਸ ਹੋਵੇ ਨਾ ਲੱਗੀ, ਫਿਰ ਪਾਣੀ ਦੀ ਬੋਤਲ ਜਿੰਨਾ ਮਰਜ਼ੀ ਕੋਈ ਕੀਮਤ ਮੰਗੇ ਉਹ ਦੇਣ ਨੂੰ ਤਿਆਰ ਹੋ ਜਾਂਦਾ ਹੈ, ਕਿਉਂਕਿ ਪਿਆਸ ਲੱਗੀ ਹੋਈ ਹੈ। ਇੱਕ ਬੂੰਦ ਵੀ ਉਹਨੂੰ ਅੰਮ੍ਰਿਤ ਵਰਗੀ ਨਜ਼ਰ ਆਉਂਦੀ ਹੈ, ਇੱਕ ਬੂੰਦ ਵੀ ਅੰਮ੍ਰਿਤ ਵਰਗੀ ਪਿਆਸੇ ਨੂੰ। ਪਾਣੀ ਤੋਂ ਪਿਆਸਾ ਪੁਰਖ ਮਰ ਰਿਹਾ ਹੋਵੇ ਤਾਂ ਸਭ ਤੋਂ ਕੀਮਤੀ ਚੀਜ਼ ਉਹਦੇ ਲਈ ਪਾਣੀ ਹੁੰਦਾ ਹੈ। ਜਿਸ ਨੂੰ ਪਾਣੀ ਦੀ ਪਿਆਸ ਨਾ ਹੋਵੇ ਪਿਆਰੇ, ਉਹਨੂੰ ਪਾਣੀ ਦਾ ਅਹਿਸਾਸ ਹੀ ਨਹੀਂ। ਕੋਲੋਂ ਦਰਿਆ ਵੀ ਵਗਦੇ ਹੋਣ, ਪਰਵਾਹ ਨਹੀਂ ਕਰਦਾ। ਪਾਣੀ ਦੀ ਅਹਿਸਾਸ, ਪਾਣੀ ਦਾ ਮੁੱਲ ਉਸ ਨੂੰ ਪਤਾ ਹੈ ਜੋ ਪਿਆਸਾ ਹੈ, ਤੜਫ ਰਿਹਾ ਹੈ ਪਿਆਸ ਅੰਦਰ। ਪਿਆਸ ਕੋਈ ਅਜਿਹੀ ਆਪਣੇ ਵੱਸ ਵਿੱਚ ਨਹੀਂ ਹੁੰਦੀ ਕਿ ਮਨ ਸਮਝ ਲਵੇ ਤੇ ਤੜਫ ਘਟ ਜਾਵੇ ਨਾ। ਪਿਆਸ ਤਾਂ ਇੱਕ ਲੋੜ ਹੈ ਜਿਹੜੀ ਜਿਸ ਦੀ ਪੂਰਤੀ ਜੀਵਨ ਹੀ ਨਹੀਂ, ਮੌਤ ਵੀ ਉਹਨੂੰ ਸਿਰ ਤੇ ਖੜੀ ਹੋਈ ਨਜ਼ਰ ਆਉਂਦੀ ਹੈ। ਇਹ ਪਿਆਸ, ਪਿਆਸ ਦੇ ਵਿੱਚੋਂ ਪ੍ਰਯਾਸ ਸ਼ੁਰੂ ਹੁੰਦਾ ਹੈ, ਪ੍ਰਯਾਸ ਵਿੱਚੋਂ ਪ੍ਰਾਰਥਨਾ ਨਿਕਲਦੀ ਹੈ, ਪ੍ਰਾਰਥਨਾ ਦਾ ਬਾਅਦ ਪ੍ਰਸਾਦ ਹੈ, ਪ੍ਰਸਾਦ ਮਿਲਦਾ ਹੈ। ਜਦੋਂ ਪਿਆਸ ਹੋ ਜਾਏ ਫਿਰ ਤਰਲਾ ਹੁੰਦਾ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਫਿਰ ਤਾਂ ਇਹੋ ਹੀ ਗੱਲ ਕਹਿੰਦਾ, ਹੁਣ ਤਾਂ ਫਿਰ ਖਾਣ ਦੀ ਸੁੱਧ ਨਹੀਂ, ਪੀਣ ਦੀ ਸੁੱਧ ਨਹੀਂ, ਕੋਈ ਸੁੱਧ ਹੈ ਨਹੀਂ। ਉਹ ਤਾਂ ਤਰਲੇ ਕਰਦਾ, ਮਿਲ ਮੇਰੇ ਪ੍ਰੀਤਮਾ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈ ਹੈ, ਕਿਵੇਂ ਪੈ ਜਾਏਗਾ। ਵਾਹਿਗੁਰੂ ਕਿਵੇਂ ਮਿਲੇਗਾ, ਕਿਵੇਂ ਪਿਆਰਾ ਮਿਲੇਗਾ। ਪ੍ਰੀਤਮ ਤੋਂ ਬਿਨਾ ਦੁਨੀਆ ਦੇ ਸਾਰੇ ਸੁੱਖ ਉਸ ਨੂੰ ਇਸ ਤਰ੍ਹਾਂ ਕਹਿ ਲਈਏ, ਸੁੱਖ ਵੀ ਉਹਨੂੰ ਅੰਦਰੋਂ ਦੁੱਖ ਦਿੰਦੇ ਹਨ। ਉਹ ਤਾਂ ਇਹ ਗੱਲ ਕਹਿੰਦਾ, ਧਣੀ ਵੀ ਹੋਣਾ ਪਾਟ ਪਟੰਬਰ, ਭਾਹੀ ਛੇਤੀ ਜਾਲੇ, ਧੂੜੀ ਵਿੱਚ ਲਰੰਦੜੀ ਸੋਹਾ ਨਾਨਕ ਤੈ ਸ਼ਹਿ ਨਾਲੇ। ਧੂੜੀ ਵੀ ਜਲ ਜਾ ਉਹ ਪ੍ਰਵਾਨ ਹੈ, ਪਰ ਤੇਰੀ ਪ੍ਰੀਤ ਨਾ ਟੁੱਟੇ। ਬਸ ਅੰਦਰ ਚਾਹੋ ਹੈ। ਪਰ ਇੱਕ ਗੱਲ ਯਾਦ ਰੱਖਣਾ, ਦਰਸ਼ਨਾਂ ਦੀ ਜਿੰਦ, ਦਰਸ਼ਨ ਦੀ ਪਿਆਸ ਵਿੱਚ ਤੜਫਦੀ ਹੋਈ ਜਿੰਦ ਕਦੀ ਕਿਸੇ ਦਾਅਵੇ ਜਾਂ ਮਾਨ ਨਹੀਂ ਕਰਦੀ, ਸਗੋਂ ਤਰਲੇ ਕਰਦੀ ਹੈ। ਤਰਲੇ ਕਰਕੇ ਇਹੀ ਕਹਿੰਦੀ ਹੈ ਕਿ ਭਲਿਆ ਮੈਂ, ਇਹ ਵਾਹਿਗੁਰੂ ਮੇਰਿਆ, ਮੈਂ ਤਾਂ ਪਰਦੇਸ਼ਨ ਹਾਂ, ਮੈਂ ਤਾਂ ਪਰਦੇਸ਼ਨ ਹਾਂ, ਜਨਮਾਂ ਤੋਂ ਵਿਛੜੀ ਹੋਈ, ਅਨੇਕਾਂ ਦੁੱਖ ਝੱਲ ਕੇ ਇਸ ਬਖਸ਼ਿਸ਼ ਦੇ ਦਰਵਾਜ਼ੇ ਤੇ ਆ ਕੇ ਪਹੁੰਚੀ ਹਾਂ। ਮੇਰੇ ਤੇ ਰਹਿਮਤ ਕਰ, ਆਪਣੇ ਨਾਲ ਮਿਲਾ ਲੈ। ਉਹ ਮਾਨ ਨਹੀਂ ਕਰਦੇ, ਤੜਫਦੀ ਨਹੀਂ, ਤੜਫ ਇਹੋ ਹੀ ਗੱਲ ਕਹਿੰਦੀ ਹੈ, ਮੇਰੇ ਕੋਲ ਤਾਂ ਕੋਈ ਖਜ਼ਾਨਾ ਵੀ ਨਹੀਂ ਜਿਸ ਨਾਲ ਮੈਂ ਤੈਨੂੰ ਖਰੀਦ ਸਕਾਂ, ਮੇਰੇ ਕੋਲ ਕੋਈ ਸੋਹਣਾ ਰੰਗ ਰੂਪ ਵੀ ਨਹੀਂ ਕਿ ਮੈਂ ਤੈਨੂੰ ਖੁਸ਼ ਕਰ ਸਕਾਂ, ਉਹਨਾਂ ਕੋਲ ਕੁਝ ਐਸੇ ਗੁਣ ਵੀ ਨਹੀਂ ਕਿ ਮੈਂ ਤੈਨੂੰ ਦੇ ਸਕਾਂ। ਬਸ ਮੇਰਾ ਆਸਰਾ ਤਾਂ ਇੱਕ ਅਰਦਾਸ ਤੇ ਇੱਕ ਬੇਨਤੀ ਹੈ ਜੋ ਮੈਂ ਤੇਰੇ ਅੱਗੇ ਕਰ ਰਹੀ ਹਾਂ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਕਿਹੜੇ ਗੁਣ ਕਿੱਥਾਂ ਮਿਲਾਂ,
रूपहीन बुद्ध बलहीनी मुहे प्रदेशन दूर ते आई। मैं तो रूपहीन हाँ, बुद्ध बलहीनी हाँ, जन्मां जन्मांतरां तो भटकदी हुई तेरे नाल मिलाप लई तरले कर रही हाँ, तेरे तरले लै रही हाँ। ते इस पासे ਉਹਦੀ ਸਾਹਬਤ ਇਸ ਪਾਸੇ ਮਾਰਗ ਤੇ ਤੁਰਦੀ ਹੈ। ਮਨ ਪ੍ਰੀਤ ਦੇ ਵਿੱਚ ਤੜਫਦਾ ਰੰਗਿਆ ਗਿਆ, ਹਰ ਵੇਲੇ ਉਸ ਪ੍ਰੀਤ ਦੀ ਗੱਲ ਕਰਦਾ। ਉਹ ਤਾਂ ਫਿਰ ਇੱਕੋ ਗੱਲ ਕਹਿੰਦਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀਂ, ਬਿਲਪ ਕਰੇ ਚਾਤਰ ਕੀ ਨਿਆਈ। ਇਹ ਪ੍ਰੀਤ ਹੈ, ਪ੍ਰੀਤ ਹੈ, ਤੜਫ ਰਿਹਾ ਹੈ, ਪਰ ਹਾਲੇ ਵੀ ਮਿਲਾਪ ਨਾ ਹੋਣ ਕਰਕੇ ਆਪਣੇ ਆਪ ਨੂੰ ਫਿਰ ਅੰਦਰੋਂ ਕੋਸਦਾ ਹੈ। ਕਿਹੜੀਆਂ ਕਮੀਆਂ ਮੇਰੇ ਅੰਦਰ? ਅਜੇ ਕੋਈ ਕਮਜ਼ੋਰੀ ਹੈ, ਮੇਰੇ ਅੰਦਰ ਕੋਈ ਕਮੀ ਹੈ। ਕਦੇ ਵੀ ਰੱਬ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਵੀ ਰੱਬ ਨੇ ਸਾਡੇ ਨਾਲ ਕੀ ਬਦਲਾ ਲਿਆ, ਰੱਬ ਨੇ ਸਾਡੇ ਨਾਲ ਕੀ ਕੀਤਾ। ਨਹੀਂ, ਕਹਿੰਦਾ ਮੇਰੇ ਅੰਦਰ ਕੋਈ ਕਮਜ਼ੋਰੀ ਹੈ, ਮੇਰੇ ਅੰਦਰ ਕੋਈ ਐਸੀ ਚੀਜ਼ ਹੈ ਜਿਹਦਾ ਮੈਂ ਮਿਲਾਪ ਨਹੀਂ ਕਰ ਸਕਿਆ। ਪ੍ਰਭੂ ਦੇ ਦੀਦਾਰ ਵਿੱਚ ਦੇਰੀ ਇਸ ਕਰਕੇ ਹੈ ਕਿ ਮੇਰੇ ਕਰਮ ਚੰਗੇ ਨਹੀਂ, ਮੈਂ ਕਰਮ ਚੰਗੇ ਨਹੀਂ ਕੀਤੇ, ਕੰਮ ਚੰਗੇ ਨਹੀਂ ਕਰ ਰਿਹਾ। ਉਹ ਤਾਂ ਫਿਰ ਇਹੋ ਹੀ ਤਰਲੇ ਕਰਦਾ ਹੈ, ਤਨ ਸੁੱਕ ਗਿਆ, ਪਿੰਜਰ ਹੋ ਗਿਆ। ਬਾਬਾ ਫਰੀਦ ਜੀ ਨੇ ਜਿਹੜਾ ਸਲੋਕ ਲਿਖਿਆ ਨਾ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਦੈ ਕਾਂਗ, ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਉਹ ਕੋਈ ਆਹ ਕਾਵਾਂ ਦੀ ਗੱਲ ਨਹੀਂ ਕੀਤੀ, ਉਹ ਆਪਣੇ ਅੰਦਰ ਦੀਆਂ ਕਮੀਆਂ ਦੇ ਸਾਹਮਣੇ ਰੱਖ ਰਹੇ ਹਨ ਬਾਬਾ ਫਰੀਦ ਜੀ। ਰੱਬ ਦੇ ਮਿਲਾਪ ਨਾ ਹੁੰਦਾ ਕਾਰਨ ਕੀ ਹੈ? ਕਿ ਇਹ ਕਾਂਗਾਂ ਨੇ, ਇਹ ਵਿਕਾਰਾਂ ਦੇ ਕਾਵਾਂ ਨੇ ਹਾਲੇ ਵੀ ਮੈਨੂੰ ਛੱਡਿਆ ਨਹੀਂ ਹੈ। ਹਾਲਾਂ ਮੇਰਾ ਸਰੀਰ ਕਿੱਥੇ ਦਾ ਕਿੱਥੇ ਨਿਰਬਲ ਅਵਸਥਾ ਵਿੱਚ ਪਹੁੰਚ ਗਿਆ। ਉਮਰ ਕਿੰਨੀ ਬੀਤ ਗਈ ਹੈ। ਉਹ ਤਾਂ ਫਿਰ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰਕੇ ਵੇਖਦਾ ਹੈ ਤੇ ਪ੍ਰਭੂ ਪਰਮਾਤਮਾ ਨੂੰ ਕਹਿੰਦਾ, ਹੈ ਮੇਰੇ ਮਾਲਕਾ, ਹੈ ਮੇਰੇ ਪ੍ਰਭੂ, ਵਿਕਾਰਾਂ ਵਿੱਚ ਦੇਰੀ ਕਰਵਾਉਣ ਵਾਲੇ, ਇਹ ਬੇਵਿਕਾਰ ਰੂਪੀ ਮੇਰਾ ਕਾਂ ਮੇਰਾ ਸਾਥ ਛੱਡਣਗੇ ਤਾਂ ਮੈਂ ਤੈਨੂੰ ਮਿਲ ਸਕਾਂਗਾ। ਕਿਰਪਾ ਕਰ ਇਹਨਾਂ ਕਾਵਾਂ ਨੂੰ ਮੇਰੀ ਜ਼ਿੰਦਗੀ ਚੋਂ ਪਾਸੇ ਕਰ ਦੇ। ਮੇਰੀ ਬੇਨਤੀ ਹੈ, ਇਹਨਾਂ ਨੇ ਮੇਰਾ ਸਾਰਾ ਮਾਸ ਨੋਚ ਲਿਆ ਹੈ, ਕਿਤੇ ਮੇਰੀਆਂ ਅੱਖਾਂ ਵਿੱਚ ਚੁੰਝ ਨਾ ਮਾਰੀ। ਭਾਵ ਜਿਸ ਦੀ ਯਾਦ ਵਿੱਚ ਮੇਰਾ ਸਰੀਰ ਹੁਣ ਪਿੰਜਰ ਬਣ ਗਿਆ ਹੈ, ਪਰ ਅੰਦਰ ਦੀਆਂ ਅੱਖਾਂ ਨੂੰ ਮੈਂ ਸਾਂਭ ਕੇ ਰੱਖਿਆ। ਹਾਏ ਕਿਤੇ ਇਹ ਅੱਖਾਂ ਬਚ ਜਾਣ, ਤੇਰੇ ਦਰਸ਼ਨਾਂ ਦੀ ਤਾਂਘ ਮੇਰੇ ਅੰਦਰ ਹੈ। ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਉਹ ਦੀਵੇ ਬਲਦੇ ਹਨ, ਦੀਵਿਆਂ ਦੇ ਨਾਲ ਤੁਰੀ ਜਾਂਦੀ ਹੈ ਕਹਾਣੀ, ਅੱਗੇ ਨੂੰ ਚੱਲੀ ਜਾਂਦੀ ਹੈ। ਜਿਵੇਂ ਜਿਵੇਂ ਬੰਦਾ ਇਸ ਤੇ ਤੁਰਦਾ ਹੈ, ਇਸ ਪ੍ਰੀਤ ਤਾਂ ਹਰ ਇਨਸਾਨ ਅੰਦਰ ਹੁੰਦੀ ਹੈ। ਹਰ ਮਨੁੱਖ ਕਿਸੇ ਨਾ ਕਿਸੇ ਨਾਲ ਪ੍ਰੀਤ ਜ਼ਰੂਰ ਕਰਦਾ ਹੈ। ਕਿਸੇ ਦੀ ਪ੍ਰੀਤ ਵਿਕਾਰਾਂ ਨਾਲ ਹੈ, ਕਿਸੇ ਧੀਆਂ ਪੁੱਤਰਾਂ ਨਾਲ ਹੈ, ਕਿਸੇ ਦੀ ਦੌਲਤ ਨਾਲ ਹੈ, ਕਿਸੇ ਦੇ ਕਾਰਾਂ ਕੋਠੀਆਂ ਨਾਲ ਹੈ, ਕਿਸੇ ਦੀ ਪਦਵੀਆਂ ਨਾਲ ਹੈ, ਕਿਸੇ ਦੀ ਰਾਜ ਭਾਗ ਨਾਲ ਹੈ। ਪਰ ਰੱਬੀ ਮਿਲਾਪ ਦੇ ਲਈ ਪਹੁੰਚਣ ਲਈ ਇਹ ਪ੍ਰੀਤ ਕੰਮ ਨਹੀਂ ਕਰਦੀ। ਉੱਥੇ ਕਿਹੜੀ ਕੰਮ ਕਰਦੀ ਹੈ? ਉੱਥੇ ਸਾਰਾ ਕੁਝ ਆਪਣੇ ਅੰਦਰ ਲੈ। ਇਹ ਕਹਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਂਗੂ, ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਪਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਬਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਤਰਲਾ ਕਰ ਪਾਠ ਕੀਰਤ ਦੇ ਨਾਲ ਰਲ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਇਹ ਪ੍ਰੀਤ ਦੀ ਗੱਲ ਕਰ। ਪ੍ਰੀਤ 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 ਮਿਲਾਪ ਦਾ ਇੱਕ ਸਾਧਨ ਹੈ, ਇੱਕ ਸਿਖਰ ਹੈ।
ਕਦੀ ਦੇਖਿਆ ਇਸ ਪ੍ਰੀਤ ਦੇ ਬਦਲੇ ਵਿੱਚ ਤਾਂ ਹਿਰਨ ਆਪਣੀ ਜਿੰਦ ਦੇ ਦਿੰਦਾ ਹੈ। ਇਸ ਪ੍ਰੀਤ ਦੇ ਬਦਲੇ ਵਿੱਚ ਭਵਰਾ ਆਪਣੇ ਆਪ ਨੂੰ ਫੁੱਲਾਂ ਵਿੱਚ ਘੁੱਟ ਕੇ ਮਾਰ ਲੈਂਦਾ ਹੈ। ਇਸ ਪ੍ਰੀਤ ਦੇ ਬਦਲੇ ਵਿੱਚ ਮਨੁੱਖ ਦੀ ਜ਼ਿੰਦਗੀ ਸਿਖਰ ਤੇ ਪਹੁੰਚਦੀ ਹੈ। ਇਸ ਪ੍ਰੀਤ ਦੇ ਬਦਲੇ ਵਿੱਚ ਇਹ ਗੱਲ ਕਰੋ, ਮੀਨਾ ਜਲਹੀਨ ਹੈ, ਉਹ ਵਿਚਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਆ ਬਿਨ ਹੋਤ। ਮੱਛੀ ਬਣ ਕੇ ਤਰਲਾ ਕਰ ਲੈ ਪ੍ਰੀਤ ਦੇ ਲਈ। ਸਨਮੁਖ ਸਹਿਬਾਨ ਹੈ। ਸਨਮੁਖ ਹਿਰਨ ਦੀ ਗੱਲ ਕੀਤੀ। ਕਿੰਨੇ ਪਿਆਰੇ ਬੋਲ ਗੁਰੂ ਪਾਤਸ਼ਾਹ ਲਿਖਦੇ ਨੇ। ਜੋ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਕੇ ਵਿਦਿਆ ਸਨਮੁਖ ਉੜਤਾਵੇ, ਭਵਰ ਲੋਭੀ ਕੁਸਮ ਬਾਸ ਕਾ ਵਿੱਚ ਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੇ। ਦੇਖ ਦਰਸ ਅਗਾਵੇ। ਤੇ ਪਾਰਿਓ, ਪ੍ਰੀਤਵਾਨ ਪਿਆਰੇ ਦੀ ਦਹਲੀਜ਼ ਤੇ ਹਰ ਵਕਤ ਦਰਸ਼ਨਾਂ ਦੀ ਖੈਰ ਮੰਗਦਾ ਹੈ ਤੇ ਹਰ ਸਵਾਸ ਨਾਲ ਹਿਰਦੇ ਦਾ ਇਹ ਦਰਦ ਉਹਦਾ ਸ਼ਾਮਲ ਹੁੰਦਾ ਹੈ ਤੇ ਕਹਿੰਦਾ ਹੈ, ਕਿਹੜਾ ਮਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਦਰਸ਼ਨਾਂ ਦੀ ਤੜਫਾਉਂਦੀ ਹੈ, ਪਰ ਇੱਥੇ ਫਿਰ ਜਦੋਂ ਤੜਫ ਹੁੰਦੀ ਹੈ, ਮੇਰੇ ਸਤਿਗੁਰ ਦੀ, ਮੇਰੇ ਮਾਲਕ ਦੀ ਬਖਸ਼ਿਸ਼ ਇੱਕ ਅਥਾਹ ਕਿਰਪਾ ਵਰਤਦੀ ਹੈ। ਕਿਉਂਕਿ ਸਾਹਿਬ ਆਪ ਹੀ ਤਾਂ ਇਹ ਗੱਲ ਸਮਝਾਉਂਦੇ ਨੇ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਇਹ ਦਰਸ਼ਨਾਂ ਦੀ ਪਿਆਸ ਵਿੱਚੋਂ ਮਿਲਾਪ ਦੀ ਅੱਗੇ ਮੰਜ਼ਿਲ ਨੂੰ ਤੁਰਦਾ ਹੈ। ਇਹ ਦਰਸ਼ਨਾਂ ਦੀ ਪਿਆਸ ਦੇ ਵਿੱਚੋਂ ਅੱਗੇ ਕਹਾਣੀ ਅੱਗੇ ਨੂੰ ਚੱਲਦੀ ਹੈ। ਇਹ ਦਰਸ਼ਨ ਪਿਆਸ ਵਿੱਚੋਂ ਹੀ ਮਿਲਾਪ ਤੱਕ ਪਹੁੰਚ ਸਕਦਾ ਹੈ। ਇਹ ਦਰਸ਼ਨ ਪਿਆਸ ਦੇ ਵਿੱਚੋਂ ਹੀ ਉਸ ਨਾਲ ਮਿਲਾਪ ਹੁੰਦਾ ਹੈ। ਘੜੀ ਘੜੀ ਪਲ ਪਲ ਦਾ ਵਿਛੋੜਾ ਅੰਦਰੋਂ ਡੱਸਦਾ ਹੈ, ਡੰਗ ਮਾਰਦਾ ਹੈ। ਇਹ ਜਦੋਂ ਡੰਗ ਵੱਜਿਆ ਹੋਇਆ ਡੰਗ ਹੀ ਮਿਲਾਪ ਵਾਲੇ ਪਾਸੇ ਲੈ ਕੇ ਜਾਂਦਾ ਹੈ। ਅਹਿਸਾਸ, ਅੰਦਰ ਅਹਿਸਾਸ ਹੁੰਦਾ, ਮੈਂ ਵਿਛੜਿਆ ਹੋਇਆ ਹਾਂ, ਮੈਂ ਵਿਛੜਿਆ ਹੋਇਆ ਹਾਂ, ਮੈਂ ਵਿਛੜਿਆ ਹੋਇਆ ਹਾਂ। ਜਿਸ ਅੰਦਰ ਵਿਛੋੜੇ ਦਾ ਅਹਿਸਾਸ ਹੈ, ਉਹ ਫਿਰ ਟਿਕ ਕੇ ਨਹੀਂ ਬੈਠਦਾ। ਉਹ ਫਿਰ ਉਹਦੇ ਅੰਦਰ ਆਰਾਮ ਕਿੱਥੇ, ਉਹ ਟਿਕਦਾ ਨਹੀਂ, ਟਿਕ ਵੀ ਨਹੀਂ ਸਕਦਾ, ਟਿਕ ਕੇ ਬੈਠ ਵੀ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਮਿਲਾਪ ਲਈ ਤੜਫ ਹੈ। ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਕਦੀ ਮੰਜ਼ਿਲ ਤੇ ਪਹੁੰਚਣ ਵਾਲਾ ਪਾਂਧੀ ਰਸਤੇ ਵਿੱਚ ਟਿਕਾਣਾ ਬਣਾ ਕੇ ਨਹੀਂ ਬੈਠਦਾ। ਹਾਂ, ਸੋਚਦਾ ਹੈ, ਵਿਚਾਰਦਾ ਜ਼ਰੂਰ ਹੈ, ਲੇਕਿਨ ਜੇ ਮੰਜ਼ਿਲ ਦਾ ਪਾਂਧੀ ਰਸਤੇ ਵਿੱਚ ਟਿਕਾਣਾ ਬਣਾ ਲਵੇ ਪਿਆਰਿਓ, ਫਿਰ ਉਹਦੀ ਮੰਜ਼ਿਲ ਤਾਂ ਬਹੁਤ ਦੂਰ ਹੋ ਜਾਂਦੀ ਹੈ। ਮੰਜ਼ਿਲ ਤਾਂ ਹੋਰ ਦੂਰ ਹੁੰਦੀ ਜਾਂਦੀ ਹੈ। ਉਸ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਦਾ ਟਿਕਾਣਾ ਰਸਤੇ ਵਿੱਚ ਬਣ ਗਿਆ। ਰਸਤੇ ਵਿੱਚ ਟਿਕਾਣਾ ਜਿਹੜਾ ਹੈ, ਉਹ ਗੱਲ ਨਹੀਂ ਬਣ ਸਕਦੀ। ਦਰਸ਼ਨਾਂ ਵਿੱਚ ਬਸ ਦਰਸ਼ਨਾਂ ਵਿੱਚ ਚਿੱਤ ਜਿੰਦ ਖੁੱਭੀ ਰਹੇ, ਇਹੋ ਹੀ ਅਸਲੀ ਟਿਕਾਣਾ ਬਣਾਉਣ ਤੱਕ, ਟਿਕਾਣੇ ਤੱਕ ਲੈ ਕੇ ਜਾਂਦੀ ਹੈ। ਜਦ ਤੱਕ ਇਹ ਅੰਦਰ ਪਿਆਰ, ਦਰਸ਼ਨ ਪਿਆਸ ਦੀ ਗੱਲ ਅੰਦਰ ਨਹੀਂ ਆਉਂਦੀ, ਉਦੋਂ ਤੱਕ ਅਸੀਂ ਮੰਜ਼ਿਲ ਤੇ, ਸਿਖਰ ਤੇ ਵੀ ਨਹੀਂ ਪਹੁੰਚ ਸਕਦੇ। ਔਰ ਇਹ ਪਿਆਸ ਮਿਲਾਪ ਤੱਕ ਲੈ ਕੇ ਜਾਂਦੀ। ਪਿਆਸ ਅਸਲ ਵਿੱਚ ਮਿਲਾਪ ਨਹੀਂ ਹੈ। ਜੇ ਇਸ ਪਿਆਸ ਨੂੰ ਹੀ ਅਸੀਂ ਮਿਲਾਪ ਸਮਝ ਬੈਠੇ, ਫਿਰ ਅਸੀਂ ਰਸਤੇ ਵਿੱਚ ਖੜੇ ਹੋ ਜਾਵਾਂਗੇ। ਇਸ ਪਿਆਸ ਵਿੱਚੋਂ ਮਿਲਾਪ ਤੱਕ ਜਾਣਾ ਹੈ। ਇਸ ਪਿਆਸ ਵਿੱਚੋਂ ਇਸ ਪਿਆਸ ਵਿੱਚੋਂ ਮਿਲਾਪ ਮਿਲਣਾ ਹੈ। ਪਰ ਇਹ ਗੱਲ ਬਹੁਤ ਸਾਰੀਆਂ ਗੱਲਾਂ ਜੀਵਨ 'ਚ ਵਾਪਰਦੀਆਂ ਨੇ, ਜਦੋਂ ਬੰਦਾ ਇਸ ਪਿਆਸ ਤੇ ਆ ਕੇ ਖੜਾ ਹੋ ਜਾਂਦਾ ਹੈ। ਬਸ ਅੱਖਾਂ 'ਚੋਂ ਪਾਣੀ ਵਗਿਆ, ਰਾਗ ਦੇ ਹੰਝੂ ਤਰੇ, ਸੋਚਦਾ ਸ਼ਾਇਦ ਮੇਰੀ ਅਵਸਥਾ ਉੱਚੀ ਹੋ ਗਈ। ਇਹ ਤਾਂ ਪਿਆਰੇ, ਇਹ ਪਿਆਸ ਹੈ, ਪ੍ਰਯਾਸ ਹੈ, ਲੇਕਿਨ ਇਹ ਪ੍ਰਸਾਦ ਨਹੀਂ ਹੈ। ਪ੍ਰਸਾਦ ਮਿਲਾਪ ਹੈ, ਪ੍ਰਸਾਦ ਮੰਜ਼ਿਲ ਹੈ, ਪ੍ਰਸਾਦ ਜੀਵਨ ਦਾ ਸਿਖਰ ਹੈ, ਪ੍ਰਸਾਦ
ਲਈ ਇਹ ਯਤਨ ਜ਼ਰੂਰ ਹੈ, ਪਿਆਸ ਹੋਣੀ ਜ਼ਰੂਰੀ ਹੈ, ਲੇਕਿਨ ਪਿਆਸ ਮੰਜ਼ਿਲ ਨਹੀਂ ਹੈ। ਇਹ ਬਸ ਇਹੋ ਹੀ ਤੁਰ ਸਕਦਾ ਹੈ ਜਿਹੜਾ ਗੁਰੂ ਦੇ ਮਿਲਾਪ ਤੋਂ ਬਾਅਦ ਸਤਿਗੁਰ ਤੇ ਕਰਨੀ ਕਮਾਣੀ ਤੇ ਸਤ ਸੰਗਤ ਵਿੱਚ ਬੈਠ ਕੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਵੇ ਤੇ ਉਹ ਗੁਰੂ ਦੇ ਮਿਆਲ ਤੋਂ ਮਾਇਆ ਦੇ ਭਿਆਨਕ ਰੂਪਾਂ ਰਿਸਿਦ ਅਵਰਾਂ ਸਾਤ ਤੋਂ ਉੱਪਰ ਉੱਠ ਜਾਏ, ਆਪੇ ਦੀ ਪਹਿਚਾਨ ਕਰ ਲਵੇ ਤੇ ਫਿਰ ਤਰਲੇ ਕਰੇ, ਬਿਨੋ ਮੋਹਿ ਸਾਰਿਆਂ ਦੀ ਗੱਲ ਕਰੇ, ਫਿਰ ਨਿਰਮਲ ਭਾਵ ਵਿੱਚ ਰਹਿੰਦਾ ਹੋਇਆ ਉਸ ਪ੍ਰੀਤ ਦੀ ਗੱਲ ਕਰੇ ਤੇ ਉਹ ਦਰਸ਼ਨਾਂ ਦੀ ਪਿਆਸ ਦੀ ਗੱਲ ਕਰੇ। ਤੇ ਜਦੋਂ ਦਰਸ਼ਨਾਂ ਦੀ ਪਿਆਸ ਦੀ ਗੱਲ ਹੋਏਗੀ, ਮਿਲਾਪ ਦੀ ਗੱਲ ਅੱਗੇ ਨੂੰ ਤੁਰੇਗੀ, ਫਿਰ ਮੈਂ ਬੇਨਤੀ ਕਰਦਿਆਂ, ਇਹ ਪਿਆਸ ਮੰਜ਼ਿਲ ਨਹੀਂ, ਪਿਆਸ ਮਿਲਣ ਲਈ ਇੱਕ ਉਦਮ ਹੈ। ਪਿਆਸ ਸਾਨੂੰ ਪ੍ਰਸਾਦ ਤੱਕ ਲੈ ਕੇ ਜਾਵੇ, ਇਹਦੇ ਲਈ ਸਾਨੂੰ ਲਗਾਤਾਰ ਅੱਗੇ ਮਿਹਨਤ ਕਰਨ ਦੀ ਲੋੜ ਪੈਂਦੀ ਹੈ, ਲਗਾਤਾਰ ਅੱਗੇ ਹੋਰ ਯਤਨਾਂ ਦੀ ਲੋੜ ਪੈਂਦੀ ਹੈ। ਉਸ ਤੋਂ ਅੱਗੇ ਜੋ ਯਤਨ ਹਨ, ਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਫਿਰ ਜੀਵਨ ਮੁਕਤ ਦੀ ਕਹਾਣੀ ਵੱਲ ਨੂੰ ਤੁਰਾਂਗੇ। ਜੀਵਨ ਮੁਕਤ ਕਿਹਨੂੰ ਕਿਹਾ ਜਾਂਦਾ ਹੈ, ਜੀਵਨ ਮੁਕਤ ਕਿਸ ਤਰ੍ਹਾਂ ਬਣੀਦਾ ਹੈ, ਜੀਵਨ ਮੁਕਤ ਕਿਸ ਤਰ੍ਹਾਂ ਹੋ ਸਕੀਦਾ ਹੈ, ਤੇ ਉਸ ਤੋਂ ਬਾਅਦ ਸਹਿਜ ਤੇ ਆਨੰਦ ਦੀ ਅਵਸਥਾ ਤੇ ਮਿਲਾਪ ਦੀ ਅਵਸਥਾ ਤੱਕ ਅਸੀਂ ਕਿਵੇਂ ਪਹੁੰਚਣਾ ਹੈ, ਕੋਸ਼ਿਸ਼ ਕਰਾਂਗੇ ਇੱਕ ਦੋ ਲੈਕਚਰਾਂ ਵਿੱਚ ਅਸੀਂ ਹੋਰ ਇਹਦੀ ਸਮਾਪਤੀ ਕਰ ਦਈਏ। ਇਸ ਵਿਸ਼ੇ ਦੀ ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਨਤ ਬੋਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।